ਧੰਨਵਾਦ ਕਰਦੀ ਹਾਂ ਕਿ ਪਰਮੇਸ਼ਵਰ ਨੇ ਮੈਨੂੰ ਇਸ ਯੋਗ ਬਣਾਇਆ ਕਿ ਅੱਜ ਪਰਮੇਸ਼ਵਰ ਦੇ ਵਚਨ ਨੂੰ ਲੈ ਕੇ ਮੈਂ ਆਪ ਸਭ ਦੇ ਅੱਗੇ ਖੜੀ ਹੋ ਸਕਾਂ। ਸੋ ਉਸ ਤੋਂ ਬਾਅਦ ਮੈਂ ਧੰਨਵਾਦ ਕਰਦੀ ਹਾਂ ਪਰਮੇਸ਼ਵਰ ਦੇ ਦਾਸ ਦਾ, ਜਿਨ੍ਹਾਂ ਦੀ ਖਰੀ ਸਿੱਖਿਆ ਦੇ ਸਦਕਾ, ਜਿਨ੍ਹਾਂ ਦੀਆਂ ਦੁਆਵਾਂ ਪ੍ਰਾਰਥਨਾਵਾਂ ਦੇ ਸਦਕਾ ਅੱਜ ਮੈਂ ਇਸ ਕਾਬਿਲ ਹੋਈ ਹਾਂ ਕਿ ਪਰਮੇਸ਼ਵਰ ਦੇ ਵਚਨ ਜੋ ਲੈ ਕੇ ਮੈਂ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰ ਸਕਾਂ। ਹਾਲੇਲੂਇਆ, 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 ਹਾਲੇਲੂਇਆ। ਸੋ ਇੱਕ ਵਾਰ ਫਿਰ ਤੋਂ ਅਸੀਂ ਪੜਾਂਗੇ ਮੱਤੀ 27 ਉਹਦਾ 45 ਤੋਂ ਪੜਾਂਗੇ। ਦੁਪਹਿਰ ਤੋਂ ਲੈ ਕੇ ਤੀਏ ਪਹਿਰ ਤੀਕਰ ਸਾਰੀ ਧਰਤੀ ਉੱਤੇ ਹਨੇਰਾ ਰਿਹਾ ਔਰ ਤੀਏ ਕਾ ਪਹਿਰ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰਿਆ ਕਿ ਏਲੀ ਏਲੀ ਲਮਾ ਸਬਕਤਾਨੀ, ਜਿਹਦਾ ਅਰਥ ਹੈ हे ਮੇਰੇ ਪਰਮੇਸ਼ਵਰ, हे ਮੇਰੇ ਪਰਮੇਸ਼ਵਰ, ਤੈਂ ਮੈਨੂੰ ਕਿਉਂ ਛੱਡ ਦਿੱਤਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸੋ ਇਹ ਉਹ ਸਮਾਂ ਸੀ ਜਦੋਂ ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਤੇ ਸੀ। ਪੂਰੀ ਇਨਸਾਨੀਅਤ ਦੇ ਪਰਮੇਸ਼ਵਰ ਨੇ ਪਾਪਾਂ ਨੂੰ ਪਾਪ ਜੋ ਪੂਰੀ ਇਨਸਾਨੀਅਤ ਦੇ ਸੀ, ਜੋ ਗੁਨਾਹ ਸੀ, ਜੋ ਦੁੱਖ ਦੈਰਮ ਸੀ, ਜੋ ਲਾਹਨਤਾਂ ਸੀ, ਉਹ ਪ੍ਰਭੂ ਯਿਸੂ ਮਸੀਹ ਨੇ ਆਪਣੇ ਉੱਪਰ ਲੈ ਕੇ ਉਹ ਸਲੀਬ ਦੇ ਉੱਤੇ ਇਹ ਸ਼ਬਦ ਬੋਲ ਰਹੇ ਸਨ। ਹਾਲੇਲੂਇਆ, ਹਾਲੇਲੂਇਆ। ਔਰ ਇੱਥੇ ਲਿਖਿਆ ਹੋਇਆ ਹੈ ਕਿ ਤੀਏ ਪਹਿਰ ਦੇ ਵੇਲੇ ਤੀਕਰ ਸਾਰੀ ਧਰਤੀ ਉੱਤੇ ਹਨੇਰਾ ਰਿਹਾ। ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ हे ਪਰਮੇਸ਼ਵਰ ਤੂੰ ਮੈਨੂੰ ਕਿਉਂ ਛੱਡ ਦਿੱਤਾ। ਔਰ ਅੱਜ ਅਸੀਂ ਜਾਣਦੇ ਹਾਂ ਜਦੋਂ ਤੱਕ ਪਰਮੇਸ਼ਵਰ ਸਾਡੀ ਜ਼ਿੰਦਗੀ ਦੇ ਵਿੱਚ ਆ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਚਾਨਣ ਆ। ਹਾਲੇਲੂਇਆ, ਹਾਲੇਲੂਇਆ। ਲੇਕਿਨ ਇੱਥੇ ਜਦੋਂ ਪ੍ਰਭੂ ਯਿਸੂ ਮਸੀਹ ਤੋਂ ਪਰਮੇਸ਼ਵਰ ਅੱਡ ਹੋਏ ਤਾਂ ਉਸ ਜਗ੍ਹਾ ਤੇ ਅੰਧਕਾਰ ਆ ਗਿਆ। ਹਾਲੇਲੂਇਆ, ਹਾਲੇਲੂਇਆ। ਔਰ ਪ੍ਰਭੂ ਯਿਸੂ ਮਸੀਹ ਉਸ ਸਮੇਂ ਭਵਿੱਖਬਾਣੀਆਂ ਨੂੰ ਪੂਰਾ ਕਰ ਰਹੇ ਸੀ, ਜੋ ਪਰਮੇਸ਼ਵਰ ਦੇ ਦਾਸਾਂ ਦੇ ਦੁਆਰਾ ਜੋ ਭਵਿੱਖਬਾਣੀਆਂ ਹੋਈਆਂ ਸੀ। ਪ੍ਰਭੂ ਯਿਸੂ ਮਸੀਹ ਦੀ ਸਲੀਬੀ ਮੌਤ ਦੀ ਸਾਲਾਂ ਪਹਿਲਾਂ ਜੋ ਭਵਿੱਖਬਾਣੀਆਂ ਹੋਈਆਂ ਸੀ, ਸੋ ਪਰਮੇਸ਼ਵਰ ਉਸ ਭਵਿੱਖਬਾਣੀਆਂ ਨੂੰ ਪੂਰਾ ਕਰ ਰਹੇ ਸੀ। ਪਰਮੇਸ਼ਵਰ ਪਿਤਾ ਦੀ ਮਰਜ਼ੀ ਨੂੰ ਪੂਰਾ ਕਰ ਰਹੇ ਸੀ, ਜਦੋਂ ਕਿ ਬਹੁਤ ਇਨਸਾਨੀ ਜਾਮੇ ਦੇ ਵਿੱਚ ਉਹ ਸੀ, ਬਹੁਤ ਦੁੱਖ ਦੈਰਮ, ਬਹੁਤ ਪੀੜਾ ਉਹਨਾਂ ਦੇ ਉੱਤੇ ਸੀ। ਲੇਕਿਨ ਪਰਮੇਸ਼ਵਰ ਨੇ, ਪ੍ਰਭੂ ਯਿਸੂ ਮਸੀਹ ਨੇ ਸੀ ਤੱਕ ਨਹੀਂ ਕਹੀ, ਲੇਕਿਨ ਉਹਨਾਂ ਨੇ ਪਿਤਾ ਦੀ ਮਰਜ਼ੀ ਨੂੰ ਪੂਰਾ ਕਰਨਾ ਚਾਹਿਆ, ਪਿਤਾ ਦੀ ਆਗਿਆਕਾਰੀ ਨੂੰ ਪੂਰਾ ਕਰਨਾ ਚਾਹਿਆ। ਹਾਲੇਲੂਇਆ, ਹਾਲੇਲੂਇਆ। ਔਰ ਇਸ ਦੇ ਦੋ ਕਾਰਨ ਸੀ ਕਿ ਪਿਤਾ ਨੇ, ਹੁਣ ਸਵਾਲ ਇਹ ਉੱਠਦਾ ਆ ਕਿ ਪਿਤਾ ਨੇ ਪ੍ਰਭੂ ਯਿਸੂ ਮਸੀਹ ਨੂੰ ਕਿਉਂ ਛੱਡਿਆ। ਪਿਤਾ ਨੇ ਪ੍ਰਭੂ ਯਿਸੂ ਮਸੀਹ ਨੂੰ ਕਿਉਂ ਛੱਡਿਆ, ਜਦ ਕਿ ਪ੍ਰਭੂ ਯਿਸੂ ਮਸੀਹ ਤਾਂ ਪਿਤਾ ਦੀ ਮਰਜ਼ੀ ਨੂੰ ਪੂਰੀ ਕਰ ਰਹੇ ਸੀ, ਪਿਤਾ ਦੀ ਆਗਿਆਕਾਰੀ ਕਰ ਰਹੇ ਸੀ, ਲੇਕਿਨ ਪਰਮੇਸ਼ਵਰ ਨੇ ਪ੍ਰਭੂ ਯਿਸੂ ਮਸੀਹ ਨੂੰ ਕਿਉਂ ਛੱਡਿਆ। ਸੋ ਅੱਜ ਮੈਂ ਤੁਹਾਨੂੰ ਦੋ ਕਾਰਨ ਦੱਸਾਂਗੀ ਕਿ ਉਸ ਸਮੇਂ ਪਰਮੇਸ਼ਵਰ ਨੇ, ਮਹਾਨ ਪਿਤਾ ਪਰਮੇਸ਼ਵਰ ਨੇ ਪ੍ਰਭੂ ਯਿਸੂ ਮਸੀਹ ਨੂੰ ਕਿਉਂ ਛੱਡਿਆ। ਸੋ ਉਸ ਦਾ ਪਹਿਲਾ ਕਾਰਨ ਸੀ ਪਾਪ। ਹਾਲੇਲੂਇਆ। ਸੋ ਬਹੁਤ ਸਾਰੇ ਹੁਣ ਇਹ ਸੋਚਣਗੇ ਕਿ ਪ੍ਰਭੂ ਯਿਸੂ ਮਸੀਹ ਨੇ ਤਾਂ ਕੋਈ ਪਾਪ ਨਹੀਂ ਕੀਤਾ, ਫਿਰ ਪਾਪ ਇੱਕ ਕਾਰਨ ਕਿਵੇਂ ਹੋ ਸਕਿਆ। ਬਟ ਅਸੀਂ ਜਾਣਦੇ ਹਾਂ ਕਿ ਜਦੋਂ ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਤੇ ਸੀ ਤਾਂ ਸਾਡੇ ਪਾਪ, ਸਾਡੇ ਗੁਨਾਹ, ਸਾਡੀਆਂ ਗਲਤੀਆਂ ਸਭ ਪ੍ਰਭੂ ਯਿਸੂ ਮਸੀਹ ਦੇ ਉੱਤੇ ਸੀ। ਹਾਲੇਲੂਇਆ, ਹਾਲੇਲੂਇਆ। ਸਾਡੇ ਪਾਪ, ਸਾਡੇ ਅਪਰਾਧ, ਜੋ ਗਲਤੀਆਂ ਅਸੀਂ ਕੀਤੀਆਂ ਸੀ, ਉਹ ਸਾਰੇ ਅਪਰਾਧ ਪ੍ਰਭੂ ਯਿਸੂ ਮਸੀਹ ਨੇ ਆਪਣੇ ਉੱਪਰ ਲੈ ਲਏ ਸੀ। ਔਰ ਜਿੱਥੇ ਪਾਪ ਹੋਏ ਉੱਥੇ ਪਰਮੇਸ਼ਵਰ ਨਹੀਂ ਰਹਿ ਸਕਦੇ। ਉਹ ਯਹੋਵਾ ਪਰਮੇਸ਼ਵਰ ਅਤਿਅੰਤ ਪਵਿੱਤਰ ਪਰਮੇਸ਼ਵਰ ਹੈ। ਜਿੱਥੇ ਪਾਪ ਹੋਏ ਉੱਥੇ ਉਹਦਾ ਵਾਸ ਨਹੀਂ ਆ। ਜਿੱਥੇ ਪਰਮੇਸ਼ਵਰ ਹੈ ਉੱਥੇ ਪਾਪ ਨਹੀਂ ਆ, ਤੇ ਜਿੱਥੇ ਪਾਪ ਆ ਉੱਥੇ ਪਰਮੇਸ਼ਵਰ ਨਹੀਂ ਆ। ਜਦੋਂ ਪ੍ਰਭੂ ਯਿਸੂ ਮਸੀਹ ਨੇ ਸਾਰੀ ਦੁਨੀਆ ਦੇ ਪਾਪ ਆਪਣੇ ਉੱਪਰ ਲੈ ਲਏ ਤਾਂ ਪਰਮੇਸ਼ਵਰ ਦਾ ਉਥੋਂ ਪਿੱਛੇ ਹਟ ਗਿਆ। ਔਰ ਲਿਖਿਆ ਆ ਕਿ ਉਸ ਜਗ੍ਹਾ ਤੇ ਅੰਧਕਾਰ ਆ ਗਿਆ, ਅੰਧੇਰਾ ਆ ਗਿਆ। ਔਰ ਜਦੋਂ ਪਰਮੇਸ਼ਵਰ ਨੇ ਆਪਣਾ ਹੱਥ ਪਿੱਛੇ ਕੀਤਾ ਤਾਂ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ, ਅਸੀਂ ਪੜਾਂਗੇ। हे पिता, हे परमेश्वर तू मैनू क्यों छड़ दिता। हे परमेश्वर तू मैनू क्यों छड़ दिता। इत्थे प्रभु यीशु मसीह चिल्ला रहे ने कि परमेश्वर तू मैनू क्यों छड़ दिता। अज साडी जिंदगी दे विच पाप हुंदे आ, जिथे पाप होएगा उत्थे प्रभु परमेश्वर नहीं रह सकता। असी पाप दे विच हुंदे आ तां असी ब्लेम करदे आ परमेश्वर नू, परमेश्वर मेरी जिंदगी दे विच ये आशीष क्यों नहीं आ, ये आशीष क्यों नहीं आ, परमेश्वर तू मेरा साथ क्यों नहीं दिंदा, परमेश्वर तू मैनू कल्ला क्यों छड्डदा। असी ब्लेम करदे आ कि असी कदी सोचिया कि परमेश्वर तू मैनू क्यों छड्ड दिता। सिर्फ उस पाप के कारण जो अज साडियां जिंदगियां दे विच पाप आ, अज साडी जिंदगी दे विच अंधकार आ, बीमारी आ, सिर्फ उस पाप के कारण जिहनूं असीं छड्ड नहीं रहे अज। हालेलुया, 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 हालेलुया।
ਸੋ ਜਦੋਂ ਪਰ ਪ੍ਰਭੂ ਯਿਸੂ ਮਸੀਹ ਉਸ ਸਲੀਬ ਦੇ ਉੱਤੇ ਸੀ, ਉਸ ਪਾਪ ਉਹਨਾਂ ਦੇ ਇਰਦ ਗਿਰਦ ਘੁੰਮ ਰਿਹਾ ਸੀ, ਲੇਕਿਨ ਉਸ ਪਾਪ ਦੀ ਦਲਦਲ ਦੇ ਵਿੱਚੋਂ ਵੀ ਪਰਮੇਸ਼ਰ ਨੂੰ ਪੁਕਾਰਿਆ ਕਿ ਹੇ ਪਰਮੇਸ਼ਰ ਤੂੰ ਮੈਨੂੰ ਕਿਉਂ ਛੱਡ ਦਿੱਤਾ। ਅੱਜ ਅਸੀਂ ਪਾਪ ਦੀ ਦਲਦਲ ਦੇ ਵਿੱਚ ਅਸੀਂ ਬਲੇਮ ਕਰਦੇ, ਫਿਟਕਾਰਦੇ ਆ ਪਰਮੇਸ਼ਰ ਨੂੰ ਕਿ ਪਰਮੇਸ਼ਰ ਮੇਰੇ ਨਾਲ ਹੀ ਏਦਾਂ ਕਿਉਂ। ਕਦੀ ਅਸੀਂ ਸੋਚਿਆ ਕਿ ਪਰਮੇਸ਼ਰ ਤੂੰ ਮੈਨੂੰ ਕਿਉਂ ਛੱਡਿਆ। ਕਦੀ ਅਸੀਂ ਆਪਣੇ ਪਾਪ ਦੇ ਵੱਲ ਨਿਗਾਹ ਕਰਦੇ ਆ ਕਿ ਸੱਚਮੁੱਚ ਆ ਪਾਪ ਮੇਰੀ ਜ਼ਿੰਦਗੀ 'ਚ ਇਸ ਕਰਕੇ ਪਰਮੇਸ਼ਰ ਦੀ ਆਸ਼ੀਸ਼ ਮੇਰੇ ਤੋਂ ਹਟੀ ਹੋਈ ਆ। ਕਦੀ ਅਸੀਂ ਸੋਚਦੇ ਆ ਕਿ ਆ ਪਾਪ ਮੇਰੀ ਜ਼ਿੰਦਗੀ ਦੇ ਵਿੱਚ ਆ ਇਸ ਕਰਕੇ ਮੈਂ ਅੰਧਕਾਰ ਦੇ ਵਿੱਚ ਫਸਿਆ ਹੋਇਆ। ਕਦੀ ਆਪਾਂ ਸੋਚਦੇ ਆ? ਅਸੀਂ ਨਹੀਂ ਸੋਚਦੇ। ਅਸੀਂ ਇਹ ਸਵਾਲ ਹੀ ਨਹੀਂ ਕਰਦੇ ਕਿ ਪਰਮੇਸ਼ਰ ਤੂੰ ਮੈਨੂੰ ਕਿਉਂ ਛੱਡ ਦਿੱਤਾ। ਅਸੀਂ ਬਲੇਮ ਕਰਦੇ ਆ, ਅਸੀਂ ਫਿਟਕਾਰਦੇ ਆ ਕਿ ਨਹੀਂ ਪਰਮੇਸ਼ਰ ਤੂੰ ਏਦਾਂ ਮੇਰੇ ਨਾਲ ਹੀ ਕਿਉਂ ਕੀਤਾ। ਹਾਲੇਲੂਇਆ। ਸੋ ਜਦੋਂ ਪਰਮੇਸ਼ਰ ਨੇ ਪ੍ਰਭੂ ਯਿਸੂ ਮਸੀਹ ਨੂੰ ਛੱਡਿਆ, ਉਹਦਾ ਇੱਕ ਕਾਰਨ ਪਾਪ ਸੀ ਔਰ ਦੂਸਰਾ ਕਾਰਨ ਇਕੱਲਾਪਨ। ਅਸੀਂ ਦੇਖਾਂਗੇ ਯਹੂਨਾ 16:32। ਕੋਈ ਜਨ ਪੜ੍ਹਦੇ ਯਹੂਨਾ ਦੀ ਅੰਜੀਲ 16:32। ਵੇਖੋ ਸਮਾਂ ਆਉਂਦਾ ਹੈ, ਸਗੋਂ ਆ ਪੁੱਜਿਆ ਹੈ, ਜੋ ਤੁਸੀਂ ਸਭੋ ਆਪੋ ਆਪਣੇ ਤਾਈਂ ਖਿੜ ਜਾਓਗੇ ਅਤੇ ਮੈਨੂੰ ਇਕੱਲਾ ਛੱਡ ਦਿਓਗੇ, ਪਰ ਤਾਂ ਵੀ ਮੈਂ ਇਕੱਲਾ ਨਹੀਂ, ਕਿਉਂ ਜੋ ਪਿਤਾ ਮੇਰੇ ਨਾਲ ਹੈ। ਹੁਣ ਇਸ ਜਗ੍ਹਾ ਤੇ ਪ੍ਰਭੂ ਯਿਸੂ ਮਸੀਹ ਪੁਕਾਰੇ ਆ ਕਿ ਹੇ ਪਰਮੇਸ਼ਰ ਤੂੰ ਮੈਨੂੰ ਕਿਉਂ ਛੱਡ ਦਿੱਤਾ। ਸੋ ਇਸ ਵਚਨ ਨੂੰ ਅਸੀਂ ਦੁਬਾਰਾ ਪੜਾਂਗੇ ਇੱਕ ਵਾਰ। ਵੇਖੋ ਸਮਾਂ ਆਉਂਦਾ ਹੈ, ਹਾਂਜੀ, ਸਗੋਂ ਆ ਪੁੱਜਿਆ ਹੈ, ਹਾਂਜੀ, ਜੋ ਤੁਸੀਂ ਸਭੋ ਆਪੋ ਆਪਣੇ ਤਾਈਂ ਖਿੜ ਜਾਓਗੇ ਅਤੇ ਮੈਨੂੰ ਇਕੱਲਾ ਛੱਡ ਦਿਓਗੇ, ਪਰ ਤਾਂ ਵੀ ਮੈਂ ਇਕੱਲਾ ਨਹੀਂ। ਲਿਖਿਆ ਕਿ ਜਦੋਂ ਤੁਸੀਂ ਸਾਰੇ ਮੈਨੂੰ ਇਕੱਲਾ ਛੱਡ ਦੋਗੇ ਮੈਂ ਤਾਂ ਵੀ ਇਕੱਲਾ ਨਹੀਂ ਆ। ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਮੈਨੂੰ ਸਾਰੇ ਛੱਡ ਦੋਗੇ ਤਾਂ ਵੀ ਮੈਂ ਇਕੱਲਾ ਨਹੀਂ ਆ। ਉਸ ਸਲੀਬ ਦੇ ਉੱਤੇ ਸਾਰੇ ਲੋਕ ਪ੍ਰਭੂ ਯਿਸੂ ਮਸੀਹ ਨੂੰ ਫਿਟਕਾਰ ਰਹੇ ਸੀ, ਲੇਕਿਨ ਪ੍ਰਭੂ ਯਿਸੂ ਮਸੀਹ ਉਸ ਵੇਲੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰ ਰਹੇ ਸੀ। ਜਦੋਂ ਸਾਰੀ ਦੁਨੀਆ ਉਹਨਾਂ ਨੂੰ ਤਾਨੇ ਮੇਣੇ ਮਾਰ ਰਹੀ ਸੀ, ਪ੍ਰਭੂ ਯਿਸੂ ਮਸੀਹ ਦਾ ਮਖੌਲ ਕਰ ਰਹੀ ਸੀ, ਉਹਦੇ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਰੱਖਿਆ ਹੋਇਆ ਸੀ, ਉਹਦੀ ਵੱਖੀ ਦੇ ਵਿੱਚ ਨੇਜਾ ਮਾਰ ਰਹੀ ਸੀ, ਉਹਦੇ ਪਿੱਠ ਦੇ ਉੱਤੇ 39 ਕੋਰੜਿਆਂ ਦੀ ਮਾਰ ਰਹੀ ਸੀ, ਲੇਕਿਨ ਤਦ ਵੀ ਪ੍ਰਭੂ ਯਿਸੂ ਮਸੀਹ ਨੂੰ ਲੱਗਾ ਕਿ ਮੈਂ ਇਕੱਲਾ ਨਹੀਂ ਆ। ਹਾਂਜੀ, ਅਸੀਂ ਪੜਾਂਗੇ ਕਿਉਂ ਜੋ ਪਿਤਾ ਮੇਰੇ ਨਾਲ ਹੈ, ਕਿਉਂਕਿ ਪਿਤਾ ਉਸ ਵੇਲੇ ਤੱਕ ਉਹਦੇ ਨਾਲ ਸੀ। ਹਾਂਜੀ, ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਆਖੀਆਂ ਹਨ ਜੋ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਹੋਵੇ, ਜਗਤ ਵਿੱਚ ਤੁਹਾਨੂੰ ਕਸ਼ਟ ਹੈ। ਹਾਂਜੀ, ਧੰਨਵਾਦ। ਸੋ ਇਹਦੇ ਵਿੱਚ ਅਸੀਂ ਕੀ ਸਿੱਖਦੇ ਹਾਂ ਕਿ ਜਦੋਂ ਪ੍ਰਭੂ ਯਿਸੂ ਮਸੀਹ ਸਲੀਬ ਦੇ ਉੱਤੇ ਸੀ, ਜਦੋਂ ਦੁਨੀਆ ਉਹਨਾਂ ਨੂੰ ਤਾਨੇ ਮੇਣੇ ਮਾਰ ਰਹੀ ਸੀ, ਜਦੋਂ ਦੁਨੀਆ ਦੇ ਲੋਕ ਉਹਨੂੰ ਫਿਟਕਾਰ ਰਹੇ ਸੀ, ਉਦੋਂ ਤੱਕ ਉਹ ਇਕੱਲਾ ਨਹੀਂ ਸੀ। ਲੇਕਿਨ ਜਦੋਂ ਪਿਤਾ ਦਾ ਹੱਥ ਉਹ ਤੋਂ ਪਿੱਛੇ ਹਟਿਆ ਤਾਂ ਉਹਨੇ ਕੀ ਕਿਹਾ ਕਿ ਹੇ ਪਰਮੇਸ਼ਰ ਤੈਂ ਮੈਨੂੰ ਕਿਉਂ ਛੱਡ ਦਿੱਤਾ। ਉਹ ਆਪਣੇ ਜ਼ਿੰਦਗੀ ਦੇ ਵਿੱਚ ਇਕੱਲਾਪਨ ਮਹਿਸੂਸ ਕਰਨ ਲੱਗਾ। ਅੱਜ ਜਦੋਂ ਅਸੀਂ ਪ੍ਰਾਰਥਨਾ ਦੇ ਵਿੱਚ ਬੈਠਦੇ ਆ ਨਾ, ਅਸੀਂ ਬਹੁਤ ਸਾਰੇ ਲੋਕ ਫਿਟਕਾਰਦੇ ਪਰਮੇਸ਼ਰ ਨੂੰ, ਪਰਮੇਸ਼ਰ ਮੈਂ ਤਾਂ ਤੇਰੇ ਨਾਲ ਇੰਨਾ ਵਫਾਦਾਰ ਆ, ਫਿਰ ਉਹ ਰਿਸ਼ਤਾ ਮੇਰੇ ਨਾਲ ਕਿਉਂ ਨਹੀਂ ਨਿਭਾ ਰਿਹਾ, ਮੇਰੀ ਭੈਣ ਮੇਰੇ ਨਾਲ ਨਫ਼ਰਤ ਕਿਉਂ ਕਰਦੀ, ਮੇਰਾ ਭਰਾ ਮੇਰੇ ਨਾਲ ਨਫ਼ਰਤ ਕਿਉਂ ਕਰਦਾ, ਮੇਰਾ ਪਤੀ ਮੇਰੇ ਨਾਲ ਨਫ਼ਰਤ ਕਿਉਂ ਕਰਦਾ, ਮੇਰੀ ਪਤਨੀ ਮੇਰੇ ਨਾਲ ਨਫ਼ਰਤ ਕਿਉਂ ਕਰਦੀ, ਮੇਰੇ ਰਿਸ਼ਤੇਦਾਰ ਮੈਨੂੰ ਕਿਉਂ ਛੱਡ ਗਏ। ਲੇਕਿਨ ਕਦੀ ਤੁਸੀਂ ਇਹ ਸੋਚਿਆ ਕਿ ਪਰਮੇਸ਼ਰ ਮੇਰੇ ਨਾਲ ਹੈ ਜਾਂ ਨਹੀਂ ਹੈ। ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਸਾਰੇ ਮੈਨੂੰ ਛੱਡ ਦੋ, ਲੇਕਿਨ ਮੈਂ ਤਾਂ ਵੀ ਇਕੱਲਾ ਨਹੀਂ ਆ। ਲੇਕਿਨ ਜਦੋਂ ਪਿਤਾ ਦਾ ਹੱਥ ਮੇਰੇ ਤੋਂ ਹਟਦਾ ਤਾਂ ਮੈਂ ਇਕੱਲਾ ਹੋ ਜਾਂਦਾ। ਹਾਲੇਲੂਇਆ। ਔਰ ਪ੍ਰਭੂ ਯਿਸੂ ਮਸੀਹ ਨੇ ਇਹ ਇਕੱਲਾਪਨ ਦਾ ਸਾਡੇ ਤੋਂ ਸ਼ਰਾਪ ਸਾਡੇ ਤੋਂ ਦੂਰ ਕੀਤਾ ਸੀ। ਹਾਲੇਲੂਇਆ। ਜਦੋਂ ਸਲੀਬ ਦੇ ਉੱਤੇ ਸਾਡੇ ਕਸ਼ਟ, ਸਾਡੀਆਂ ਬਿਮਾਰੀਆਂ, ਲਿਖਿਆ ਉਹਦੇ ਕੋੜੇ ਖਾਣ ਦੇ ਨਾਲ ਅਸੀਂ ਚੰਗੇ ਕੀਤੇ ਗਏ, ਉਸ ਦੇ ਮਾਰ ਖਾਣ ਤੋਂ ਅਸੀਂ ਸ਼ਿਫਾ ਪਾਈ। ਉਹਨੇ ਸਾਡੀਆਂ ਸਾਰੀਆਂ ਬਿਮਾਰੀਆਂ ਨੂੰ ਸਾਡੇ ਤੋਂ ਦੂਰ ਕੀਤਾ। ਔਰ ਇਹ ਇੱਕ ਸਮਾਂ ਸੀ ਜਦੋਂ ਪਰਮੇਸ਼ਰ ਨੇ ਸਾਡੇ ਤੋਂ ਸਾਡੇ ਡਿਪਰੈਸ਼ਨ, ਸਾਡਾ ਇਕੱਲਾਪਨ, ਸਾਡੀ ਇੰਗਜ਼ਾਇਟੀ ਸਾਡੇ ਤੋਂ ਦੂਰ ਕੀਤੀ। ਅੱਜ ਬਹੁਤ ਸਾਰੇ ਲੋਕ ਆ ਕਹਿੰਦੇ ਆ ਕਿ ਮੈਂ ਇਕੱਲਾ ਆ, ਮੈਨੂੰ ਕੋਈ ਪਿਆਰ ਨਹੀਂ ਕਰਦਾ। ਅਸੀਂ ਸਾਡੇ ਸਭਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਇਹ ਸਵਾਲ ਹੋਏਗਾ ਕਿ ਮੈਨੂੰ ਕੋਈ ਪਿਆਰ ਨਹੀਂ ਕਰਦਾ, ਮੈਂ ਆਪਣੀ ਜ਼ਿੰਦਗੀ 'ਚ ਬਹੁਤ ਇਕੱਲਾ ਆ, ਮੈਂ ਆਪਣੀ ਜ਼ਿੰਦਗੀ 'ਚ ਬਹੁਤ ਇਕੱਲੇਪਨ ਦਾ ਸਾਹਮਣਾ ਕਰ ਰਿਹਾ। ਲੇਕਿਨ ਮੇਰਾ ਪਰਮੇਸ਼ਰ, ਮੇਰਾ ਪ੍ਰਭੂ ਯਿਸੂ ਮਸੀਹ ਅੱਜ ਵੀ ਕਹਿੰਦਾ ਆ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ। ਹੇ ਮੇਰੀ ਬੇਟੀ, ਮੈਂ ਤੈਨੂੰ ਪਿਆਰ ਕਰਦਾ। ਹੇ ਮੇਰੇ ਪੁੱਤਰ, ਮੈਂ ਤੈਨੂੰ ਪਿਆਰ ਕਰਦਾ। ਉਹਦਾ ਵਚਨ ਕਹਿੰਦਾ ਆ ਕਿ ਉਸਨੇ ਜਗਤ ਦੇ ਨਾਲ ਇੰਨਾ ਪਿਆਰ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ। ਜਗਤ ਦੇ ਵਿੱਚ ਇੱਕ ਇਨਸਾਨ ਨਹੀਂ ਆਉਂਦਾ, ਜਗਤ ਦੇ ਵਿੱਚ ਇਕੱਲੀ ਮੈਂ ਨਹੀਂ
ਆਉਂਦੀ ਜਗਤ ਦੇ ਵਿੱਚ ਤੁਸੀਂ ਇਕੱਲੇ ਨਹੀਂ ਆਉਂਦੇ ਜਗਤ ਦੇ ਵਿੱਚ ਪੂਰਾ ਸੰਸਾਰ ਜਿੰਨਾ ਵੀ ਇਨਸਾਨੀ ਜਾਮੇ ਦੇ ਵਿੱਚ ਆਇਆ ਸਾਰੇ ਜਗਤ ਦੇ ਨਾਲ ਪਰਮੇਸ਼ਰ ਨੇ ਪਿਆਰ ਕੀਤਾ ਔਰ ਸਾਡੇ ਤੋਂ ਇਕੱਲੇਪਨ ਦਾ ਸ਼ਰਾਪ ਪਰਮੇਸ਼ਰ ਨੇ ਦੂਰ ਕੀਤਾ ਔਰ ਸਾਨੂੰ ਪਰਮੇਸ਼ਰ ਨੇ ਆਪਣਾ ਹੱਥ ਦੇ ਕੇ ਸਾਨੂੰ ਆਪਣੇ ਬੁੱਕਲ ਦੇ ਵਿੱਚ ਲਿਆ ਹਾਲੇਲੂਇਆ ਹਾਲੇਲੂਇਆ ਸੋ ਸੱਚਮੁੱਚ ਪਰਮੇਸ਼ਰ ਨੇ ਸਾਡੇ ਪਾਪਾਂ ਦੇ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਸਾਡੇ ਇਕੱਲੇਪਨ ਨੂੰ ਦੂਰ ਕਰਨ ਦੇ ਲਈ ਪਰਮੇਸ਼ਰ ਨੇ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਲੇਕਿਨ ਉਸ ਇਕੱਲੇਪਨ ਦੇ ਵਿੱਚ ਉਸ ਪਾਪ ਦੀ ਦਲਦਲ ਦੇ ਵਿੱਚ ਪਰਮੇਸ਼ਰ ਨੂੰ ਪ੍ਰਭੂ ਯਿਸੂ ਮਸੀਹ ਪੁਕਾਰ ਰਿਹਾ ਕਿ ਹੇ ਪਰਮੇਸ਼ਰ ਤੂੰ ਮੈਨੂੰ ਕਲੀਸਿਆ ਉੱਚੀ ਆਵਾਜ਼ ਨਾਲ ਬੋਲਾਂਗੇ ਤੂੰ ਮੈਨੂੰ ਕਿਉਂ ਛੱਡ ਦਿੱਤਾ ਕਹਿੰਦੇ ਹੇ ਪਰਮੇਸ਼ਰ ਤੂੰ ਮੈਨੂੰ ਕਿਉਂ ਛੱਡ ਦਿੱਤਾ ਅੱਜ ਅਸੀਂ ਪਾਪ ਦੇ ਵਿੱਚ ਹੁਣੇ ਪਰੇਸ਼ਾਨੀ ਦੇ ਵਿੱਚ ਹੁਣੇ ਆ ਅਸੀਂ ਫਟਕਾਰਨ ਲੱਪਨੇ ਪਰਮੇਸ਼ਰ ਨੂੰ ਕਿ ਪਰਮੇਸ਼ਰ ਨਹੀਂ ਮੇਰੇ ਨਾਲ ਹੀ ਇਦਾਂ ਕਿਉਂ ਮੈਨੂੰ ਤਾਂ ਇੰਨੇ ਸਾਲ ਹੋ ਗਏ ਮੈਂ ਤੇਰੇ ਦਾਸ ਦੇ ਨਾਲ ਵਫਾਦਾਰ ਆ ਮੈਨੂੰ ਤਾਂ ਇੰਨੇ ਸਾਲ ਹੋ ਗਏ ਮੈਂ ਤਾਂ ਆਪਣਾ ਦਸਵੰਧ ਵੀ ਕੱਢਦਾ ਮੈਨੂੰ ਇੰਨੇ ਸਾਲ ਹੋ ਗਏ ਮੈਂ ਤਾਂ ਹਰੇਕ ਐਤਵਾਰ ਆਉਣਾ ਮੈਨੂੰ ਇੰਨੇ ਸਾਲ ਹੋ ਗਏ ਮੈਂ ਤਾਂ ਹਰੇਕ ਤਰ੍ਹਾਂ ਦੀ ਵਫਾਦਾਰੀ ਕਰਦਾ ਫਿਰ ਤੂੰ ਮੇਰੇ ਨਾਲ ਪਰਮੇਸ਼ਰ ਇਹ ਕਿਉਂ ਕਰਦਾ ਲੇਕਿਨ ਉਸ ਜਗ੍ਹਾ ਤੇ ਪ੍ਰਭੂ ਯਿਸੂ ਮਸੀਹ ਨੇ ਪਰਮੇਸ਼ਰ ਨੂੰ ਫਟਕਾਰਿਆ ਨਹੀਂ ਉਸਨੇ ਸਵਾਲ ਕੀਤਾ ਕਿ ਹੇ ਪਰਮੇਸ਼ਰ ਤੂੰ ਮੈਨੂੰ ਕਿਉਂ ਛੱਡ ਦਿੱਤਾ ਸੋ ਆਈਏ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ ਸਭ ਜਣ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ ਔਰ ਆਪਣੇ ਮਨ ਦੇ ਵਿੱਚ ਸਵਾਲ ਕਰਾਂਗੇ ਕਿ ਪਰਮੇਸ਼ਰ ਕੀ ਤੂੰ ਮੇਰੇ ਤੋਂ ਦੂਰ ਤਾਂ ਨਹੀਂ ਪਰਮੇਸ਼ਰ ਕਿ ਇਹ ਪਾਪ ਮੇਰੀ ਜ਼ਿੰਦਗੀ ਦੇ ਵਿੱਚ ਰਾਜ ਤਾਂ ਨਹੀਂ ਕਰ ਰਿਹਾ ਪਰਮੇਸ਼ਰ ਆਪਣੇ ਆਪ ਨੂੰ ਸਮਰਪਿਤ ਕਰੇ ਪਰਮੇਸ਼ਰ ਦੇ ਅੱਗੇ ਔਰ ਪੁਕਾਰੇ ਪਰਮੇਸ਼ਰ ਨੂੰ ਕਿ ਪਰਮੇਸ਼ਰ ਮੈਂ ਤੇਰੇ ਤੋਂ ਦੂਰ ਨਹੀਂ ਜਾਣਾ ਚਾਹੁੰਦਾ ਪਰਮੇਸ਼ਰ ਹੇ ਪਰਮੇਸ਼ਰ ਤੂੰ ਮੈਨੂੰ ਨਾ ਛੱਡ ਨਾ ਤਿਆਗ ਪਰਮੇਸ਼ਰ सब उच्ची आवाज से नाल परमेश्वर दे के प्रार्थना हुई सारी भैन भरावां नूं जय मसीह दी परमेश्वर आप सब नूं बहुत सारी बरकत देवे तो असी 6 वचन तक पहुंच चुके हाँ कि सब तो पहला वचन की सीगा हे पिता इन्हां नूं माफ कर ये नहीं जानदे ये की कर रहे ने और दूसरा वचन की सी जिम्मेवारी तीसरा सुनी जाओ तो कड्डी जाओ किथे चल गया तू आज ही मेरे नाल स्वर्ग विच होवेगा और चौथा मैं ते आया हाँ पंजवा हुणे जो बेटी साडे बोल के गए ने कि पिता तू मैनू क्यों छड्ड दिता और उस तो बाद छेवां कि हे पिता मैं अपना आत्मा तेरे हत्थां विच सौंपदा हाँ जदों इंसान पाप दे विच हुंदा परमेश्वर इंसान नूं छड्ड दिंदा परमेश्वर इंसान नूं प्यार करदा है लेकिन ओदे पाप नूं की करदा ओ नफरत करदा तो असीं पंजवें वचन च की सिੱਖਿਆ कि जदों इंसान दे अंदर पाप हुंदा उस टाइम परमेश्वर उस तो दूर हो जाता और 6वें वचन दे विच कि जिस टाइम प्रभु यीशु मसीह लास्ट पलां दे विच सी उस टाइम सलीब दे उत्ते लटक रहे सी और वचन दे विच लिखिया है 44 आयत दे विच हुण 2 पैर हो गए सन और सारी धरती उत्ते 30 पैर तक हनेरा रहा अते सूरज काला पै गया अते हैकल दा पर्दा विचकारों पाट गया ਤਾਂ ਯीशु ने ਉੱਚੀ आवाज़ नाल चला के आख्या हे पिता मैं अपना तेरे हत्थी सौंपदा हाँ जिस टाइम प्रभु यीशु मसीह सलीब उत्ते सीगे और पूरा सूरज जो सीगा काला हो चुकिया सी और हैकल दा पर्दा जो सीगा पाड़ के 2 हिस्से हो चुकिया सीगा और यीशु मसीह इस समय बहुत ही दलगीर अवस्था विच सी और यीशु मसीह दा लहू जो सीगा असी सब जानते इस गल नूं कि गतसमनी बाग दे विच जदों यीशु मसीह नूं फड़िया गया सिपाहियां दे हत्थां विच दिता गया पिलातुस दे कोल लिजाया गया और उस ते कोड़े मारे गए और उसके शरीर दे उत्तों जो सीगे कपड़े उतार दिते गए बहुत सारा उसनूं दलगीर किया गया और यीशु मसीह कलवरी पहाड़ तक अपनी भारी सलीब नूं लैके चले गए और उस टाइम यीशु मसीह दा खून जो सीगा बहुत ज़्यादा बह चुका सी बहुत ज़्यादा खून बह चुका सी और यीशु मसीह
ਲਾਸਟ ਟਾਈਮਾਂ ਤੇ ਸੀਗਾ, ਲਾਸਟ ਘੜੀ ਦੇ ਉੱਤੇ ਸੀ ਕਿ ਜਿਸ ਤਰ੍ਹਾਂ ਅਸੀਂ ਪਹਿਲੇ ਵਚਨਾਂ ਦੇ ਵਿੱਚ ਸਿੱਖਿਆ ਕਿ ਪਰਮੇਸ਼ਵਰ ਨੇ ਕਿਸ ਤਰ੍ਹਾਂ ਆਖਿਆ ਕਿ ਇਹਨਾਂ ਨੂੰ ਮਾਫ ਕਰ, ਔਰ ਬਹੁਤ ਸਾਰੇ ਵਚਨਾਂ ਦੇ ਨਾਲ ਪਰਮੇਸ਼ਵਰ ਨੇ ਸਾਨੂੰ ਸਿਖਾਇਆ। ਔਰ ਲਾਸਟ ਟਾਈਮ ਪਰਮੇਸ਼ਵਰ ਨੇ ਆਪਣੇ ਆਪ ਨੂੰ ਪ੍ਰਭੂ ਦੇ ਪਰਮੇਸ਼ਵਰ ਦੇ ਹੱਥਾਂ ਦੇ ਵਿੱਚ ਦੇ ਦਿੱਤਾ, ਔਰ ਉਹ ਕਹਿ ਰਹੇ ਸੀ ਕਿ ਮੈਂ ਆਪਣਾ ਆਤਮਾ ਤੇਰੇ ਹੱਥਾਂ ਦੇ ਵਿੱਚ ਸੌਂਪ ਦਿੰਦਾ ਹਾਂ। ਸੌਂਪ ਦੇਣਾ ਮਤਲਬ ਮੰਨ ਲਓ ਕਿ ਸਾਡੇ ਕੋਲ ਕੋਈ ਚੀਜ਼ ਹੈ, ਅਸੀਂ ਕਿਸੇ ਨੂੰ ਸੌਂਪ ਦਿੰਦੇ ਹਾਂ, ਕਿਸੇ ਨੂੰ ਦੇ ਦਿੰਦੇ ਹਾਂ। ਕਿਉਂ ਦੇ ਦਿੰਦੇ ਹਾਂ? ਅਗਰ ਉਸ ਨੂੰ ਸੌਂਪਦੇ ਹਾਂ ਤੇ ਤਾਂ ਕਿ ਸਾਨੂੰ ਉਹ ਇਨਸਾਨ ਦੁਬਾਰਾ ਵੀ ਵਾਪਸ ਕਰ ਸਕੇ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਔਰ ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਆਪਣਾ ਆਤਮਾ ਲਾਸਟ ਟਾਈਮ ਦੇ ਉੱਤੇ ਪ੍ਰਭੂ ਯਿਸੂ ਮਸੀਹ ਦੇ ਹੱਥਾਂ ਦੇ ਵਿੱਚ ਸੌਂਪ ਦਿੱਤਾ। ਔਰ ਇਸ ਵਚਨ ਤੋਂ ਭੈਣੋ ਤੇ ਭਰਾਓ ਅਸੀਂ ਕੀ ਸਿੱਖਦੇ ਹਾਂ? ਖਾਸ ਕਰਕੇ ਜੋ ਅੱਜ ਦੇ 7 ਵਚਨ ਨੇ ਉਹ ਸਿਰਫ ਸਾਡੇ ਪੜ੍ਹਨ ਦੇ ਲਈ ਨਹੀਂ ਨੇ, ਨਾ ਸੁਣਨ ਦੇ ਲਈ ਨੇ, ਲੇਕਿਨ ਭਾਵੇਂ ਕਿ ਯਿਸੂ ਮਸੀਹ ਧਰਤੀ ਦੇ ਉੱਤੇ ਰਹਿ ਕੇ ਬਹੁਤ ਸਾਰੇ ਚਿੰਨ੍ਹ ਚਮਤਕਾਰ ਕਰ ਰਿਹਾ ਸੀ, ਬਹੁਤ ਸਾਰਾ ਵਚਨ ਸੁਣਾ ਰਿਹਾ ਸੀ, ਔਰ ਉਸ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਯਿਸੂ ਮਸੀਹ ਦਾ ਧਰਤੀ ਦੇ ਉੱਤੇ ਆਉਣ ਦਾ ਮਕਸਦ ਇਹੋ ਸੀ ਕਿ ਵਚਨ 'ਚ ਲਿਖਿਆ ਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਕੀ ਹੈ, ਬਚਾਵੇਗਾ। ਔਰ ਉਹ ਬਚਾਉਂਦਾ ਰਿਹਾ, ਛੁਡਾਉਂਦਾ ਰਿਹਾ, ਆਜ਼ਾਦ ਕਰਦਾ ਰਿਹਾ। ਲੇਕਿਨ ਪਰਮੇਸ਼ਵਰ ਨੇ ਲਾਸਟ ਤੋੜੀ, ਪਰਮੇਸ਼ਵਰ ਨੇ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਹੀ ਰੱਖਿਆ। ਔਰ ਜਦੋਂ ਲਾਸਟ ਪਲਾਂ ਦੇ ਵਿੱਚ ਵੀ ਸੀ ਉਸ ਸਮੇਂ ਵੀ ਉਸਨੇ ਆਪਣੇ ਆਤਮਾ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦੇ ਦਿੱਤਾ। ਇਸੇ ਤਰ੍ਹਾਂ ਭੈਣੋ ਤੇ ਭਰਾਓ ਪਰਮੇਸ਼ਵਰ ਦਾ ਹਰ ਇੱਕ ਵਚਨ ਜੋ ਸਲੀਬ ਦੇ ਉੱਤੇ ਬੋਲਿਆ ਗਿਆ ਹੈ ਉਹ ਅੱਜ ਸਾਨੂੰ ਸਿਖਾਉਣ ਦੇ ਲਈ ਹੈ ਕਿ ਯਿਸੂ ਮਸੀਹ ਕਿਸ ਤਰ੍ਹਾਂ ਚੱਲਿਆ, ਔਰ ਲਾਸਟ ਤੱਕ ਵੀ ਉਹ ਸਾਨੂੰ ਇਹੀ ਗੱਲ ਸਿਖਾਉਂਦਾ ਰਿਹਾ ਕਿ ਤੁਸੀਂ ਵਚਨ ਨੂੰ ਕਿਸ ਤਰ੍ਹਾਂ ਆਪਣੇ ਜੀਵਨ ਦੇ ਅੰਦਰ ਰੱਖਣਾ और किस तरह वचन के अनुसार चलना है। और उसने इस वचन के द्वारा तुहानू और मैनू सिखाया है कि सानू अपने आप नू किहदे हत्थां दे विच देना चाहिए है, परमेश्वर के हत्थां दे विच, क्योंकि असी परमेश्वर के हत्थां दी रचना हाँ और परमेश्वर का आत्मा साडे अंदर वास करता है। इस करके सानू परमेश्वर के हत्थां दे विच अपने आप नू देना चाहिए है, ना कि अपने आप नू शैतान के हत्थां च देना चाहिए है, ना कि अपने आप नू बीमारी के हत्थां च देना चाहिए है, ना कि अपने आप नू पाप के हत्थां दे विच देना चाहिए है। जदों भैणों ते भराओ असी हर रोज़ उठते हाँ, शाम के टाइम प्रेयर करते हाँ, तो सानू भी इस तरह कहना चाहिए है कि हे परमेश्वर मैं अपने आप नू तेरे हत्थां दे विच सौंपदा हाँ, अपने परिवार नू तेरे हत्थां च सौंपदा हाँ, अपने बच्चों नू तेरे हत्थां विच सौंपदा हाँ, अपने कारोबार नू तेरे हत्थां विच सौंपदा हाँ। और जदों असी भैणों ते भराओ अपने आप नू अपनी खास इस जिंदगी नू प्रभु के हत्थां दे विच दे दिंदे आ ते ओह प्रभु दीआं अखां सदा साडे वल लगियां रहिंदियां ने। सचमुच जो चीज़ प्रभु यीशु मसीह दे हत्थां दे विच आ जांदी है, जो चीज़ परमेश्वर के हत्थां दे विच आ जांदी है वह कदे आशीष पाउण तो बिना रह नहीं सकती। हालेलुया, हालेलुया। चेलियां ने जदों कि 5000 की भीड़ इकट्ठी हुई सीगी और प्रभु यीशु मसीह के हत्थां दे विच कितनियां रोटियां दित्तियां? हालेलुया, हालेलुया। जदों 5 रोटियां और 2 मच्छियां नू प्रभु यीशु के हत्थां दे विच दित्तियां ते उन्हां दे उत्ते की आई? बरकत आई। इसे तरह भैणों ते भराओ जदों असी अपना जीवन अपना परिवार परमेश्वर के हत्थां दे विच दे दिंदे आ ते साडा परिवार एक आम नहीं रहिंदा, वो खास बनता जांदा। जदों असी इस जीवन नू प्रेयर दे विच रख के, प्रार्थना दे विच रख के, फास्टिंग दे विच रख के प्रभु दे कदमां च बैठदे आ ते और प्रभु नू कहने हैं कि प्रभु मैं अपने आप नू तेरे हत्थां विच सौंपदा है, जिवें तू चाहता है उस तरह मैनू चला। ते सचमुच परमेश्वर साडे जीवनां नू बदलदा, साडे हालातां नू बदलदा, साडे परिवारां नू बदलदा और साडियां आत्मा नू साडे बच्चों नू अपने हत्थां विच लैके संभालदा। हालेलुया, हालेलुया, हालेलुया। सानू अपनी चिंता नू अपने उत्ते नहीं लेना चाहिए, क्योंकि परमेश्वर के वचन च लिखा है कि सो तू अपनी सारी चिंता नू मेरे उत्ते छुट छड़, क्यों जो मैनू तेरा की है फिक्र है। जदों असी अपनी चिंतावां नू, अपने बोझ नू, परेशानियां नू परमेश्वर के हत्थां विच दे दिंदे आ ते कलीसिया परमेश्वर साडी चिंता करदा है और सानू संभालदा है, वो सानू गरीबी विचों कढदा है, बीमारी विचों कढदा है, हर कष्ट हर बंधन दे विचों सानू कढदा है और सानू अपने हाथ विच लैके एक नवा इंसान बना दिंदा। हालेलुया, हालेलुया, हालेलुया।
ਤੋ ਪਰਮੇਸ਼ਰ ਇਹਨਾਂ ਵਚਨਾਂ ਦੁਆਰਾ ਆਪ ਸਭ ਨੂੰ ਬਰਕਤ ਦੇਵੇ। ਸਭ ਦਿਨ ਆਪਣੀ ਅੱਖਾਂ ਬੰਦ ਕਰ ਲਵਾਂਗੇ ਔਰ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ ਦੇਵਾਂਗੇ।